नानक पद पंकज बंदन, पद पंकज बंदना। सिमरो अंगद दोख निकंदना। अमरदास गुर हृदय त्यावो, हृदय त्यावो। श्री गुरु रामदास गुण गावो। श्री अर्जन विघ्नन के नाशक, विघ्नन के नाशक। हर गोविंद शुभ समत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। तेग बहादुर परम कृपाला, परम कृपाला। श्री गुरु गोबिंद सिंह विसाला। तरों तरा पर पुन पुन सीसा, पुन पुन बंदों बार बार जगदीशा। जिस वह अमृत ज्ञान है, पानक भगत बैराग। श्री गुरु ग्रंथ साहिब उदद, बंदों कर अनुराग। एक ओंकार सतगुरु, तेह प्रसाद सत होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। जुगो जुग अटल चबर शबर तख्त दे बालक, गुरता गद्दी ते विराजमान साहिब श्री गुरु ग्रंथ साहिब जी महाराज जी की पावन पवित्र हजूरी अंदर संध्या वेले दे पावन दीवाना दौरान हाजरियां भर रहे असकार युग सत्संगी जनों, सतगुरां जी की अपार बख्शिश है कि रोजाना ही असी गुरु घर दीयां हाजरियां भर के जिथे गुरबाणी कीर्तन का लाहा प्राप्त करते हाँ, नाल ही गुरु इतिहास तो अपने आप को जाणू करवाते हाँ। पिछले कुछ दिनों तो असी लड़ीवार गुरु इतिहास की कथा जो आरंभ की सी, चल रही लड़ीवार कथा के तहत नानक प्रकाश के विचों तीसरे अध्याय की कथा जो चल रही है, उस दे परथाए असी कल के दीवाना दे विच जो विचार सरवण की सी, कुछ कु पंछी चात असी कल के दीवाना के अंदर मारांगे तां जो सानू अज दे इतिहास की लड़ी नूं जोड़न दे विच सोख महसूस हो सके ते इतिहास नूं समझ दे विच असी सौखे हो सकी। कल के दीवाना दे विच कवि जी ने उस बाहर देश के इलाके की गल की जिस इलाके दे विच धन गुरु नानक साहब जी महाराज जी का आगमन होना है, जिस स्थान के उत्ते धन गुरु नानक साहब जी महाराज जी ने अवतार धारण करना है, उस स्थान का जिक्र कवि जी ने किया सी। ते भाई बाला जी धन गुरु अंगद साहब जी महाराज जी के सन्मुख बेनती करते हैं कि हे सुखां दे निधान धन गुरु अंगद साहब जी महाराज, मैं धन गुरु नानक साहब जी महाराज जी के जीवन के बाबत जो हुण तक की कथा तुहाडे सामने व्याख्यान की है, अपने मन के नाल एकाग्रचित हो के
ਤੁਹਾਨੂੰ ਸੁਣਾਉਣਾ ਕੀਤੀ ਹੈ। ਹੁਣ ਅਗਲੀ ਕਥਾ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਧਾਰਨ ਦੀ ਹੈ, ਉਹ ਵੀ ਤੁਸੀਂ ਸਰਵਣ ਕਰੋ। ਤੇ ਨਾਲ ਹੀ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਸਮਝਾਉਣਾ ਕਰਦੇ ਨੇ ਕਿ ਉਹ ਇਲਾਕਾ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਗਟ ਹੋਣਾ ਹੈ, ਅਵਤਾਰ ਧਾਰਨ ਕਰਨਾ ਹੈ, ਉਸ ਇਲਾਕੇ ਦੇ ਇੱਕ ਪਾਸੇ ਰਾਵੀ ਦਰਿਆ ਵਗ ਰਿਹਾ ਤੇ ਦੂਜੇ ਪਾਸੇ ਚਨਾਬ ਦਰਿਆ ਜਿਹੜਾ ਹੈ ਵਗ ਰਿਹਾ ਹੈ। ਤੇ ਉੱਥੋਂ ਦਾ ਜਿਹੜਾ ਵਾਤਾਵਰਨ ਹੈ, ਉੱਥੋਂ ਦੇ ਜਿਹੜੇ ਰੁੱਖ ਨੇ, ਪੌਦੇ ਨੇ, ਉਹ ਮੰਨ ਲਓ ਇਸ ਤਰ੍ਹਾਂ ਸ਼ੋਭਨੀਕ ਪ੍ਰਤੀਕ ਹੁੰਦੇ ਨੇ ਕਿ ਜਿਸ ਤਰ੍ਹਾਂ ਕੋਈ ਤਖਤ ਦੇ ਉੱਤੇ ਰਾਜਾ ਬੈਠਾ ਹੋਵੇ ਤੇ ਉਸਦੇ ਐਲਕਾਰ, ਉਸਦੇ ਸੇਵਾਦਾਰ ਉਸ ਨੂੰ ਪੱਖਾ ਝੱਲਦੇ ਹੋਣ। ਇਸ ਤਰ੍ਹਾਂ ਦਾ ਉੱਥੋਂ ਦਾ ਦੇਸ਼ ਬਹੁਤ ਹੀ ਸੋਹਣਾ ਲੱਗਦਾ ਹੈ, ਆਉਂਦੇ ਜਾਂਦੇ ਰਾਹਗੀਰ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਜਿਹੜਾ ਵੀ ਰਾਹੀ, ਜਿਹੜਾ ਵੀ ਮੁਸਾਫਿਰ ਉਸ ਧਰਤੀ ਦੇ ਉੱਤੋਂ ਗੁਜ਼ਰਦਾ ਹੈ ਨਾ, ਉਹ ਆਪਣੇ ਘਰ ਨੂੰ, ਆਪਣੇ ਪਿੰਡ ਨੂੰ, ਆਪਣੇ ਇਲਾਕੇ ਨੂੰ ਭੁੱਲ ਜਾਂਦਾ ਹੈ, ਉੱਥੋਂ ਦਾ ਹੀ ਹੋ ਕੇ ਰਹਿ ਜਾਂਦਾ ਹੈ। ਹੋਰ ਤੇ ਹੋਰ ਉੱਥੋਂ ਦੇ ਪਸ਼ੂ, ਉੱਥੋਂ ਦੇ ਪੰਛੀ ਬਹੁਤ ਹੀ ਵਧੀਆ ਨਸਲ ਦੇ ਨੇ, ਉੱਥੋਂ ਦੇ ਘੋੜੇ ਬਹੁਤ ਵਧੀਆ ਨਸਲ ਦੇ ਨੇ। ਤੇ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਇਹ ਸਭ ਵਿਚਾਰਾਂ ਸਰਵਣ ਕਰ ਚੁੱਕੇ ਹਾਂ। ਆਓ ਅੱਜ ਦੇ ਦੀਵਾਨਾਂ ਦੇ ਵਿੱਚ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਕੀ ਸੁਣਾਉਣਾ ਕਰਦੇ ਨੇ, ਉਹ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ ਜੀ। ਦੋਵੇਂ ਹੱਥ ਜੋੜ ਕੇ ਪਿਆਰ ਅਤੇ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਪਈ ਤਿਹ ਮੈਂ ਤਲਵੰਡੀ ਫਲ ਨਗਰੀ, ਚਾਰ ਬਰਨ ਕਰ ਪੂਰਤ ਸਗਰੀ। ਕਿ ਜਿਸ ਬਾਰ ਦੇ ਦੇਸ਼ ਦੇ ਇਲਾਕੇ ਦੀ ਗੱਲ ਕੀਤੀ ਸੀ ਕਿ ਜਿਸ ਦੇ ਇੱਕ ਪਾਸੇ ਰਾਵੀ ਦਰਿਆ ਵਗ ਰਿਹਾ, ਦੂਜੇ ਪਾਸੇ ਚਨਾਬ ਦਰਿਆ ਵਗ ਰਿਹਾ, ਬਹੁਤ ਸੋਹਣੇ ਨਸਲ ਦੇ ਪਸ਼ੂ ਨੇ, ਬਹੁਤ ਤੇਜ਼ ਬੁੱਧੀ ਵਾਲੇ ਉੱਥੇ ਮਨੁੱਖ ਰਹਿੰਦੇ ਨੇ। ਉਸ ਦੇਸ਼ ਦੇ ਵਿੱਚ ਇੱਕ ਤਲਵੰਡੀ ਨਾਮ ਦਾ ਇੱਕ ਨਗਰ ਹੈ। ਇੱਥੇ ਰਾਏ ਭੋਏ ਦੀ ਤਲਵੰਡੀ ਦਾ ਜ਼ਿਕਰ ਆਇਆ ਕਿ ਉਸ ਇਲਾਕੇ ਦੇ ਵਿੱਚ ਇੱਕ ਤਲਵੰਡੀ ਨਾਮ ਦਾ ਨਗਰ ਹੈ, ਜੋ ਬਹੁਤ ਹੀ ਭਲਾ ਨਗਰ ਹੈ, ਬਹੁਤ ਹੀ ਵਧੀਆ ਨਗਰ ਹੈ। ਚਾਰ ਵਰਨ ਕਰ ਪੂਰਤ ਸਗਰੀ, ਕਿ ਉੱਥੇ ਚਾਰੇ ਵਰਨਾਂ ਦੇ ਲੋਕ ਜਿਹੜੇ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਰਹਿੰਦੇ ਨੇ। ਚਾਰੇ ਵਰਨ ਕਿਹੜੇ? ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਇਹ ਚਾਰੇ ਜਾਤਾਂ ਦੇ ਲੋਕ, ਚਾਰੇ ਵਰਨਾਂ ਦੇ ਲੋਕ ਉਸ ਤਲਵੰਡੀ ਨਗਰ ਦੇ ਵਿੱਚ ਰਹਿੰਦੇ ਨੇ। ਜੇ ਕੇ 34 ਸੁਭਾਗ ਸੁਹਾਵਾ, ਕੁਸਮ ਬਾਟਕਾ ਬਹੁ ਸ਼ਬ ਪਾਵਾ। ਕਿ ਉਸ ਨਗਰ ਦੇ ਚਾਰ ਚੁਫੇਰੇ ਜਿਹੜੇ ਨੇ ਬਾਗ ਨੇ, ਫਲਾਂ ਦੇ ਬਾਗ ਨੇ, ਬਹੁਤ ਵਧੀਆ ਨਸਲ ਦੇ ਉੱਤੇ ਫਲ ਹੁੰਦੇ ਨੇ। ਤੇ ਨਗਰ ਦੇ ਆਲੇ ਦੁਆਲੇ ਜਿਹੜੇ ਨੇ ਉਹ ਬਾਗ ਨੇ, ਉਹ ਇਸ ਸਥਾਨ ਨੂੰ ਹੋਰ ਸ਼ੋਭਾ ਲਾਉਂਦੇ ਨੇ। ਕੁਸਮ ਬਾਟਿਕਾ ਬਹੁ ਸ਼ਬ ਪਾਵਾ, ਤੇ ਫੁੱਲਾਂ ਦੇ ਬਗੀਚੇ ਜਿਹੜੇ ਨੇ ਉਹ ਵੀ ਬਹੁਤ ਹੀ ਸੁੰਦਰ ਲੱਗਦੇ ਨੇ, ਬਹੁਤ ਸੁਹਾਵਣੇ ਲੱਗਦੇ ਨੇ। ਨਗਰ ਕੋਟ ਦਿੜ ਬਣਿਓ ਉਤੰਗਾ, ਮਤਸਰ ਧਰਤਾ ਜੋ ਗਿਰ ਸੰਗਾ। ਕੋਟ ਕਹਿੰਦੇ ਨੇ ਕਿਲੇ ਨੂੰ, ਕਿ ਨਗਰ ਦੇ ਇਰਦ ਗਿਰਦ ਕਿਲੇ ਦੇ ਵਾਂਗ ਇੱਕ ਉੱਚੀ ਦੀਵਾਰ ਕੀਤੀ ਹੋਈ ਹੈ। ਤੁਸੀਂ ਅੱਜ ਵੀ ਜੇਕਰ ਕਿਤੇ ਪੁਰਾਣੇ ਕਿਲੇ ਦੇ ਦੇਖੋਗੇ ਨਾ, ਉਸ ਕਿਲੇ ਦੇ ਆਲੇ ਦੁਆਲੇ ਉਸ ਦੀ ਰੱਖਿਆ ਦੇ ਲਈ ਦੀਵਾਰ ਖੜੀ ਕੀਤੀ ਹੁੰਦੀ, ਜਾਂ ਉਸ ਕਿਲੇ ਦੇ ਆਲੇ ਦੁਆਲੇ ਕੋਈ ਪਾਣੀ ਦਾ ਸੋਮਾ, ਪਾਣੀ ਦਾ ਚਸ਼ਮਾ, ਕੋਈ ਸੂਆ ਹੋਵੇ, ਕੋਈ ਨਦੀ ਹੋਵੇ, ਉਸ ਕਿਲੇ ਦੇ ਆਲੇ ਦੁਆਲੇ ਘੁੰਮਦੀ ਹੈ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਹਮਲਾਵਰ ਹਮਲਾ ਕਰਦੇ ਸੀ ਨਾ, ਜਾਂ ਤਾਂ ਪੈਦਲ ਹਮਲਾਵਰ ਹੁੰਦੇ ਸਨ, ਜਾਂ ਘੋੜਸਵਾਰ ਹੁੰਦੇ ਸਨ, ਤੇ ਜਾਂ ਫਿਰ ਹਾਥੀਆਂ ਦੇ ਉੱਤੇ ਆ ਕੇ ਹਮਲਾ ਕੀਤਾ ਜਾਂਦਾ ਸੀ। ਜਦੋਂ ਰਾਜੇ ਨੂੰ ਪਤਾ ਲੱਗਦਾ ਸੀ ਕਿ ਮੇਰੇ ਕਿਲੇ ਦੇ ਵੱਲ ਕੋਈ ਹਮਲਾ ਕਰਨ ਦੇ ਲਈ ਆ ਰਿਹਾ, ਉਹ ਉਸ ਨਦੀ ਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਪਾਣੀ ਛੱਡ ਦਿੰਦਾ ਸੀ, ਤਾਂ ਜੋ ਜਿਹੜੇ ਪੈਦਲ ਯਾਤਰੂ ਨੇ, ਪੈਦਲ ਹਮਲਾਵਰ ਨੇ, ਪੈਦਲ ਸਿਪਾਹੀ ਨੇ, ਉਹ ਇੱਥੋਂ ਲੰਘ ਨਾ ਸਕਣ। ਇਸ ਤਰ੍ਹਾਂ ਇੱਥੇ ਜ਼ਿਕਰ ਕਰਦੇ ਨੇ ਕਿ ਨਗਰ ਦੇ ਇਰਦ ਗਿਰਦ, ਪੂਰੇ ਨਗਰ, ਤਲਵੰਡੀ ਨਗਰ ਦੇ ਆਲੇ ਦੁਆਲੇ ਇੱਕ ਉੱਚੀ ਦੀਵਾਰ ਹੈ। ਮਤਸਰ ਧਰਤਾ ਜੋ ਗਿਰਸੰਗਾ, ਜਿਹੜੀ ਕਿ ਮਜ਼ਬੂਤੀ ਦੇ ਵਿੱਚ ਪਹਾੜ ਦਾ ਮੁਕਾਬਲਾ ਕਰਦੀ ਹੈ। ਕਿ ਇੰਨੀ ਕੁ ਮਜ਼ਬੂਤ ਹੈ ਕਿ ਮੰਨ ਲਓ ਇੱਕ ਪਹਾੜ ਹੋਵੇ ਮਜ਼ਬੂਤ, ਉਹ ਇਸ ਤਰ੍ਹਾਂ ਦੀ ਦੀਵਾਰ ਹੈ। ਬਹੁਤ ਵਧੀਆ, ਬਹੁਤ ਤਗੜੀ ਤੇ ਬਹੁਤ ਮਜ਼ਬੂਤ ਦੀਵਾਰ ਜਿਹੜੀ ਹੈ ਨਗਰ ਦੇ ਇਰਦ ਗਿਰਦ ਬਣਾਈ ਹੋਈ ਹੈ।
ਆਟਾ ਘਟਾ ਸੰਗ ਕਰਤ ਬਿਲਾਸਾ, ਮਨੋ ਨਿਰੋਧਨ ਕੀ ਹੈ ਆਸਾ। ਕਿ ਨਗਰ ਦੇ ਆਲੇ ਦੁਆਲੇ, ਨਗਰ ਦੇ ਵਿੱਚ ਵੀ ਉੱਚੀਆਂ ਬੁਰਜੀਆਂ ਬਣੀਆਂ ਨੇ, ਉੱਚੇ ਬੁਰਜ ਬਣੇ ਨੇ, ਉੱਚੀਆਂ ਅਟਾਰੀਆਂ ਬਣੀਆਂ ਨੇ। ਮਾਨੋ ਇਸ ਤਰ੍ਹਾਂ ਪ੍ਰਤੀਕ ਹੁੰਦਾ ਕਿ ਉਹ ਉੱਚੀਆਂ ਅਟਾਰੀਆਂ ਜਿਸ ਤਰ੍ਹਾਂ ਬੱਦਲਾਂ ਦੇ ਨਾਲ ਗੱਲਾਂ ਕਰਦੀਆਂ ਹੋਣ, ਕਿ ਉਹਨਾਂ ਅਟਾਰੀਆਂ ਦੇ ਨਾਲ, ਉਹਨਾਂ ਉੱਚੇ ਬੁਰਜਾਂ ਦੇ ਨਾਲ ਬੱਦਲ ਖਹਿ ਖਹਿ ਕੇ ਲੰਘਦੇ ਨੇ। ਮਨੋ ਨਿਰੋਧਨ ਕੀ ਹੈ ਆਸਾ, ਤੇ ਮਾਨੋ ਇਹ ਅਟਾਰੀਆਂ ਦਿਲਾਂ ਦੇ ਵਿੱਚ ਇਹ ਸਮਝ ਕੇ ਬੈਠੀਆਂ ਹੋਣ, ਇਹ ਬੁਰਜ ਆਪਣੇ ਮਨ ਦੇ ਵਿੱਚ ਇਹ ਖਿਆਲ ਪਾਲੀ ਬੈਠੇ ਹੋਣ ਕਿ ਅਸੀਂ ਬੱਦਲਾਂ ਨੂੰ ਰੋਕ ਲੈਣਾ, ਅਸੀਂ ਬੱਦਲਾਂ ਨੂੰ ਆਪਣੇ ਕਾਬੂ ਦੇ ਵਿੱਚ ਕਰ ਲੈਣਾ। ਇਹ ਜਿਹੜੀਆਂ ਅਟਾਰੀਆਂ ਨੇ, ਇਹ ਜਿਹੜੇ ਬੁਰਜ ਨੇ, ਇਹ ਇੰਨੇ ਉੱਚੇ ਨੇ। ਮੰਦਰ ਜਹ ਸੁੰਦਰ ਸ਼ਬ ਪਾਈ, ਸਰਬ ਰੁਤਨ ਮਹਿ ਜੇ ਸੁਖਦਾਈ। ਕਿ ਇਸ ਨਗਰ ਦੇ ਵਿੱਚ ਘਰ ਵੀ ਇੰਨੇ ਸੋਹਣੇ ਨੇ, ਘਰ ਵੀ ਇੰਨੇ ਸੋਹਣੇ ਤਰੀਕੇ ਦੇ ਨਾਲ, ਇੰਨੇ ਵਧੀਆ ਢੰਗ ਦੇ ਨਾਲ ਬਣਾਏ ਗਏ ਨੇ ਕਿ ਜਿਹੜੀ ਮਰਜ਼ੀ ਰੁੱਤ ਆ ਜਾਵੇ, ਸਾਰੀਆਂ ਰੁੱਤਾਂ ਦੇ ਵਿੱਚ ਵੀ ਇਹ ਘਰ ਜਿਹੜੇ ਨੇ ਸੁਖਦਾਇਕ ਨੇ। ਚਾਹੇ ਗਰਮੀ ਆ ਜਾਵੇ, ਚਾਹੇ ਸਰਦੀ ਆ ਜਾਵੇ, ਚਾਹੇ ਬਰਸਾਤ ਆ ਜਾਵੇ, ਭਾਵ ਜਿਹੜਾ ਮਰਜ਼ੀ ਮੌਸਮ ਆ ਜਾਵੇ, ਜਿਹੜੀ ਮਰਜ਼ੀ ਰੁੱਤ ਆ ਜਾਵੇ, ਸਾਰੀਆਂ ਰੁੱਤਾਂ ਦੇ ਵਿੱਚ ਹੀ ਇਹ ਜਿਹੜੇ ਘਰ ਨੇ ਨਾ, ਇਹ ਸ਼ੋਭਨੀਕ ਨੇ। ਘਰ ਜਿਹੜੇ ਨੇ ਸੋਹਣੇ ਲੱਗਦੇ ਨੇ ਤੇ ਸਾਰਿਆਂ ਨੂੰ ਸੁਖਦਾਇਕ ਨੇ, ਸਾਰਿਆਂ ਨੂੰ ਆਰਾਮ ਦਿੰਦੇ ਨੇ। ਅਸ਼ਟਪਦਾ ਸਮਪਨੀ ਪੂਰੀ, ਬਣਜ ਸੋਜ ਸੋ ਆਪਨ ਪੂਰੀ। ਅਸ਼ਟਪਦ ਕਹਿੰਦੇ ਨੇ 8 ਪਦ ਵਾਲੇ, 8 ਕਿਨਾਰਿਆਂ ਵਾਲੀ, ਭਾਵ ਇੱਕ ਚੋਪੜ ਦੀ ਸ਼ੇਪ ਦੇ ਵਾਂਗ ਇੱਕ 8 ਕਿਨਾਰਿਆਂ ਵਾਲੀ ਜਿਹੜੀ ਹੈ, ਇੱਥੇ ਇੱਕ ਨਗਰ ਦੇ ਵਿੱਚ ਮੰਡੀ ਵੀ ਹੈ। ਇਹ ਜਿੱਥੇ ਵਣਜ ਵਪਾਰ ਹੁੰਦਾ ਹੈ, ਜਿੱਥੇ ਵਪਾਰੀ ਆ ਕੇ ਵਣਜ ਕਰਦੇ ਨੇ, ਇਸ ਨਗਰ ਦੇ ਵਿੱਚ ਇੱਕ ਮੰਡੀ ਵੀ ਹੈ। ਵਣਜ ਸੋਜ ਸੋ ਆਪਨ ਪੂਰੀ, ਅਤੇ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਸੌਦੇ ਦੇ ਨਾਲ ਭਰਪੂਰ ਨੇ, ਸੌਦੇ ਦੇ ਨਾਲ ਭਰੀਆਂ ਹੋਈਆਂ ਨੇ, ਸਮਾਨ ਦੇ ਨਾਲ ਭਰੀਆਂ ਹੋਈਆਂ ਨੇ। ਹੁਣ ਜਿਸ ਨਗਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਅਵਤਾਰ ਧਾਰਨ ਕਰਨਾ ਹੈ ਨਾ, ਰਾਏ ਭੋਏ ਦੀ ਤਲਵੰਡੀ ਦਾ ਜ਼ਿਕਰ ਇੱਥੇ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਉਂਦੇ ਨੇ। ਸ੍ਰੀ ਨਾਨਕ ਆਗਮ ਕੇ ਹੇਤੂ, ਰਚਿਓ ਸੁਰਗ ਵਿਦ ਸੁਖ ਸੰਕੇਤੂ। ਕਿ ਜਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਆਗਮਨ ਹੋਣਾ ਹੈ ਨਾ, ਤੇ ਇਸ ਤਰ੍ਹਾਂ ਕਹਿੰਦੇ ਮਹਿਸੂਸ ਹੋ ਰਿਹਾ, ਰਚਿਓ ਸੁਰਗ ਵਿਦ ਸੁਖ ਸੰਕੇਤੂ, ਕਿ ਉਸ ਪਰਮਾਤਮਾ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਨਗਰ ਨੂੰ ਸਵਰਗ ਵਰਗਾ ਜਿਹੜਾ ਹੈ, ਸਵਰਗਾਂ ਵਰਗਾ ਸੁੱਖਾਂ ਦਾ ਘਰ ਬਣਾ ਦਿੱਤਾ ਹੋਵੇ। ਇਸ ਤਰ੍ਹਾਂ ਪ੍ਰਤੀਕ ਹੁੰਦਾ, ਇਸ ਤਰ੍ਹਾਂ ਸ਼ੋਭਨੀਕ ਹੈ, ਇਸ ਤਰ੍ਹਾਂ ਦੀ ਇਹ ਵਡਿਆਈ ਹੈ ਇਸ ਨਗਰ ਦੀ। ਸੁਰਬੀ ਖੀਰ ਪੁਇਕ ਸਮਾਨਾ, ਸੁਰਸਮ ਸੁੰਦਰ ਮਨਜ ਸਜਾਨਾ। ਇੱਥੋਂ ਦੀਆਂ ਜਿਹੜੀਆਂ ਗਊਆਂ ਨੇ, ਕੱਲ ਵੀ ਜ਼ਿਕਰ ਕੀਤਾ ਸੀ ਕਿ ਜਿਹੜੇ ਸੂਝਵਾਨ ਉੱਥੇ ਲੋਕ ਰਹਿੰਦੇ ਨੇ, ਗਿਆਨ ਵਾਲੇ ਲੋਕ ਜਿਹੜੇ ਉੱਥੇ ਰਹਿੰਦੇ ਨੇ, ਉਹਨਾਂ ਨੇ ਆਪਣੇ ਗਿਆਨ ਦੇ ਨਾਲ ਪਸ਼ੂਆਂ ਦੀਆਂ ਨਸਲਾਂ ਵੀ ਬਹੁਤ ਸੋਹਣੀਆਂ ਤਰੀਕੇ ਦੇ ਨਾਲ ਤਿਆਰ ਕੀਤੀਆਂ ਨੇ। ਤੇ ਉੱਥੋਂ ਦੀਆਂ ਹੁਣ ਜ਼ਿਕਰ ਆਇਆ ਕਿ ਸੁਰਪੀ ਖੀਰ ਪੁਇਕ ਸਮਾਨਾ, ਕਿ ਜਿਹੜਾ ਗਾਵਾਂ ਦਾ ਦੁੱਧ ਹੈ ਨਾ, ਉਹ ਅੰਮ੍ਰਿਤ ਵਰਗਾ ਹੈ। ਭਾਵ ਉੱਥੋਂ ਦੀਆਂ ਗਾਵਾਂ ਜਿਹੜੀਆਂ ਨੇ ਵਧੀਆ ਚਾਰਾ ਚਰਦੀਆਂ ਨੇ, ਤੇ ਨਾਲ ਹੀ ਵਧੀਆ ਤਰੀਕੇ ਦੇ ਨਾਲ ਬਹੁਤ ਸੋਹਣਾ ਦੁੱਧ ਜਿਹੜਾ ਹੈ ਉਹ ਦਿੰਦੀਆਂ ਨੇ। ਉਹਨਾਂ ਦਾ ਦੁੱਧ ਜਿਹੜਾ ਹੈ ਅੰਮ੍ਰਿਤ ਵਰਗਾ ਹੈ। ਸੁਰਸਮ ਸੁੰਦਰ ਮਨਜ ਸਮਾਨਾ। ਤੇ ਜਿਹੜੇ ਨਗਰ ਦੇ ਮਨੁੱਖ ਨੇ, ਜਿਹੜੇ ਨਗਰ ਦੇ ਲੋਕ ਨੇ, ਜਿਹੜੇ ਉਸ ਪਿੰਡ ਦੇ ਵਿੱਚ, ਉਸ ਕਸਬੇ ਦੇ ਵਿੱਚ ਲੋਕ ਰਹਿੰਦੇ ਨੇ ਨਾ, ਉਹ ਕਹਿੰਦੇ ਮਾਨੋ ਦੇਵਤਿਆਂ ਵਰਗੇ ਨੇ। ਬਹੁਤ ਵਧੀਆ ਸੁਭਾਅ ਹੈ ਉਹਨਾਂ ਮਨੁੱਖਾਂ ਦਾ, ਤੇ ਬਹੁਤ ਸੁੰਦਰ ਤੇ ਬਹੁਤ ਸਿਆਣੇ ਨੇ। ਜਿਹ ਕੀ ਰਚਨਾ ਹੇਰ ਬਚਿਤਰਾ, ਵਿਸ਼ਕਰਮਾ ਹੋਏ ਉਚਿਤ ਚਿਤਰਾ। ਕਿ ਹੁਣ ਉਸ ਨਗਰ ਦੀ ਜਿਹੜੀ ਸੁੰਦਰਤਾ ਦੇਖੀ, ਅਸੀਂ ਪਿੱਛੇ ਜ਼ਿਕਰ ਕੀਤਾ ਕਿ 2 ਨਹਿਰਾਂ ਵਗਦੀਆਂ ਨੇ, ਵਧੀਆ ਤਰੀਕੇ ਦੇ ਰੁੱਖ ਨੇ, ਫੁੱਲਾਂ ਦੇ ਬਾਗ ਨੇ, ਫਲਾਂ ਦੇ ਬਾਗ ਨੇ, ਬਗੀਚੇ ਨੇ। ਇਹ ਸਾਰਾ ਕੁਝ ਦੇਖ ਕੇ ਹੁਣ ਜਿਹੜਾ ਧਰਤੀ ਦਾ, ਇਸ ਵਿਸ਼ਵ ਦਾ ਜਿਹੜਾ ਕਰਤਾ ਹੈ, ਇੱਥੇ ਹੁਣ ਵਿਸ਼ਵਕਰਮਾ ਦਾ ਜ਼ਿਕਰ ਆਇਆ ਕਿ ਉਹ ਕਾਰਕ, ਉਹ ਜਿਹੜਾ ਦੇਵਤਾ ਹੈ ਨਾ ਵਿਸ਼ਵਕਰਮਾ, ਉਹ ਵੀ ਹੈਰਾਨ ਹੋ ਰਿਹਾ ਆਪਣੇ ਚਿੱਤ ਦੇ ਵਿੱਚ ਵੀ ਇੰਨਾ ਸੋਹਣਾ ਨਗਰ ਇੱਥੋਂ ਦੇ ਲੋਕਾਂ ਨੇ ਬਣਾ ਲਿਆ। ਇੱਥੋਂ ਦੇ ਲੋਕਾਂ ਨੇ ਇੰਨੀਆਂ ਸੋਹਣੀਆਂ ਨਸਲਾਂ ਦੀਆਂ ਜਿਹੜੀਆਂ ਫਸਲਾਂ ਸੀ ਉਹ ਤਿਆਰ ਕੀਤੀਆਂ, ਬਹੁਤ ਸੋਹਣੇ ਤਰੀਕੇ ਦੇ ਜਿਹੜੇ ਸੀ ਫਲ ਤਿਆਰ ਕਰਕੇ ਇਹ ਜਿਹੜਾ ਨਗਰ ਹੈ ਬਹੁਤ ਸ਼ੋਭਨੀਕ ਹੋ ਗਿਆ। ਤੇ ਵਿਸ਼ਵਕਰਮਾ ਵੀ ਆਪਣੇ ਚਿੱਤ ਦੇ ਵਿੱਚ ਇਹ ਸਾਰਾ ਕੁਝ ਦੇਖ ਕੇ ਹੈਰਾਨ ਰਹਿ ਗਿਆ। ਸ਼ਰੁਤ ਪਾਠੀ ਹੋਤੀ ਮਤੇ
ਤਤ ਵੇਤੂ, ਖਟ ਕਰਮੀ ਕ੍ਰਿਤ ਕੈਵਲ ਹੇਤੂ। ਤੇ ਉਸ ਨਗਰ ਦੇ ਵਿੱਚ ਜਿਹੜੇ ਨੇ ਸ਼ਰੁੱਤ ਪਾਠੀ ਹੋਤੀ ਤਤ ਵੇਤੂ, ਕਿ ਉਸ ਨਗਰ ਦੇ ਵਿੱਚ ਜਗ ਕਰਨ ਵਾਲੇ ਜਿਹੜੇ ਨੇ ਪਾਠੀ ਨੇ, ਜਗ ਕਰਦੇ ਨੇ। ਵੇਦ ਵਾਲੇ ਜਿਹੜੇ ਪਾਠੀ ਨੇ, ਜਗ ਦੇ ਵਿੱਚ ਅਹੂਤੀਆਂ ਦੇਣ ਵਾਲੇ, ਜਗ ਦੀ ਕਿਰਿਆ ਕਰਨ ਵਾਲੇ, ਜਗ ਦੀ ਕਿਰਿਆ ਨੂੰ ਜਾਣਨ ਵਾਲੇ ਜਿਹੜੇ ਨੇ ਲੋਕ ਰਹਿੰਦੇ ਨੇ। ਖਟ ਕਰਮੀ ਕ੍ਰਿਤ ਕੈਵਲ ਹੇਤੂ, ਕਿ ਮੁਕਤੀ ਪ੍ਰਾਪਤ ਕਰਨ ਵਾਸਤੇ ਜਿਹੜੇ ਖਟ ਦਾ ਭਾਵ ਹੁੰਦਾ 6, ਜਿਹੜੇ ਮੁਕਤੀ ਪ੍ਰਾਪਤ ਕਰਨ ਵਾਸਤੇ 6 ਕਰਮ ਨੇ ਨਾ, ਉਹ 6 ਕਰਮ ਕਰਨ ਵਾਲੇ ਲੋਕ ਵੀ ਉੱਥੇ ਜਿਹੜੇ ਨੇ ਉਸ ਨਗਰ ਦੇ ਵਿੱਚ ਵੱਸਦੇ ਨੇ। ਹੁਣ ਬਾਕੀ ਦੇ ਮੱਤਾਂ ਦੇ ਅਨੁਸਾਰ ਜਿਹੜੇ 6 ਕਰਮ ਨੇ ਜਿਨ੍ਹਾਂ ਦੇ ਨਾਲ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਸੀ, ਉਸ ਮੱਤ ਦੀ ਜਿਹੜੀ ਵਿਚਾਰਧਾਰਾ ਸੀ, ਉਹਨਾਂ ਦੇ ਵਿੱਚ 6 ਕਰਮ ਇਹ ਆਉਂਦੇ ਨੇ। ਇੱਕ ਤਾਂ ਜਗ ਕਰਨਾ ਤੇ ਦੂਜਾ ਜਗ ਕਰਾਉਣਾ, ਵਿਦਿਆ ਪੜ੍ਹਨੀ ਤੇ ਵਿਦਿਆ ਪੜਾਉਣੀ, ਦਾਨ ਦੇਣਾ ਤੇ ਦਾਨ ਪ੍ਰਾਪਤ ਕਰਨਾ। ਇਹ 6 ਕਰਮ ਜੇਕਰ ਕੋਈ ਮਨੁੱਖ ਕਰਦਾ ਸੀ, ਇਸ ਤਰ੍ਹਾਂ ਮੰਨਿਆ ਜਾਂਦਾ ਸੀ ਕਿ ਉਹ ਮਨੁੱਖ ਇਸ ਸੰਸਾਰ ਤੋਂ ਬਾਅਦ ਜਿਹੜਾ ਹੈ ਮੁਕਤ ਹੋ ਜਾਵੇਗਾ, ਉਹ ਜਨਮ ਮਰਨ ਦੇ ਚੱਕਰਾਂ ਦੇ ਵਿੱਚੋਂ ਮੁਕਤ ਹੋ ਜਾਵੇਗਾ। ਹਾਲਾਂਕਿ ਜਦੋਂ ਅਸੀਂ ਗੁਰਬਾਣੀ ਦੇ ਦਰਸ਼ਨ ਕਰਦੇ ਹਾਂ, ਗੁਰਬਾਣੀ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ, ਗੁਰਬਾਣੀ ਦੇ ਅਨੁਸਾਰ ਮਨੁੱਖ ਮਰਨ ਤੋਂ ਬਾਅਦ ਮੁਕਤ ਨਹੀਂ ਹੁੰਦਾ। ਗੁਰਬਾਣੀ ਨੇ ਸਾਨੂੰ ਇਹ ਸਮਝਾਇਆ ਕਿ ਜਿਉਂਦੇ ਜੀ ਕਿਸ ਤਰ੍ਹਾਂ ਵਿਕਾਰਾਂ ਦੇ ਵੱਲੋਂ ਅਸੀਂ ਮੁਕਤੀ ਪ੍ਰਾਪਤ ਕਰਨੀ, ਜਿਉਂਦੇ ਜੀ ਕਿਸ ਤਰ੍ਹਾਂ ਅਸੀਂ ਲੋਭ ਤੋਂ ਬਚਣਾ, ਜਿਉਂਦੇ ਜੀ ਕਿਸ ਤਰ੍ਹਾਂ ਅਸੀਂ ਕ੍ਰੋਧ ਤੋਂ ਬਚਣਾ, ਜਿਉਂਦੇ ਜੀ ਅਸੀਂ ਕਿਸ ਤਰ੍ਹਾਂ ਸਚਿਆਰੇ ਹੋ ਕੇ ਇਹਨਾਂ ਵਿਕਾਰਾਂ ਦੇ ਵੱਲੋਂ ਖਲਾਸੀ ਪ੍ਰਾਪਤ ਕਰਨੀ। ਇਹ ਬਾਕੀ ਮਤਾਂ ਦੀ ਵਿਚਾਰਧਾਰਾ ਸੀ ਕਿ ਇਹ 6 ਕੰਮ ਕਰਾਂਗੇ ਨਾ ਤਾਂ ਅਸੀਂ ਮੁਕਤ ਹੋ ਸਕਦੇ ਹਾਂ। ਅਸ ਦਿਜਬਰ ਜੈ ਬਸੇ ਸੁਖਾਰੇ, ਛਤਰੀ ਧਰਮ ਜੁਧ ਹਿਤ ਤਾਰੇ। ਅਸ ਦਿਜਬਰ ਜਹ ਬਸੇ ਸੁਖਾਰੇ, ਕਿ ਇਸ ਨਗਰ ਦੇ ਵਿੱਚ ਜਿਹੜੇ ਬ੍ਰਾਹਮਣ ਦੇ ਵਰਣ ਦੇ ਲੋਕ ਨੇ ਨਾ, ਉਹ ਵੀ ਬੜੇ ਆਰਾਮ ਦੇ ਨਾਲ, ਬੜੇ ਸੁੱਖਾਂ ਦੇ ਨਾਲ ਇਸ ਨਗਰ ਦੇ ਵਿੱਚ ਰਹਿ ਰਹੇ ਨੇ। ਛਤਰੀ ਧਰਮ ਯੁੱਧ ਹਿਤ ਧਾਰੇ, ਕਿ ਜਿਹੜੇ ਖੱਤਰੀ ਨੇ ਨਾ, ਜਿਹੜੇ ਛਤਰੀ ਨੇ, ਉਹਨਾਂ ਨੂੰ ਧਰਮ ਯੁੱਧ ਦੇ ਨਾਲ ਬੜਾ ਪ੍ਰੇਮ ਹੈ, ਜਿਹੜੇ ਧਰਮ ਯੁੱਧ ਦੇ ਨਾਲ ਬੜਾ ਲਗਾਵ ਕਰਦੇ ਨੇ। ਇਹੋ ਜਿਹੇ ਖੱਤਰੀ, ਇਹੋ ਜਿਹੇ ਛਤਰੀ ਇਸ ਨਗਰ ਦੇ ਵਿੱਚ ਰਹਿੰਦੇ ਨੇ। ਬਣ ਕਤਣੀ ਕ੍ਰਿਤ ਬਣਜ ਬਨੀਤਾ, ਬਾਤ ਕੁਸਲ ਬੇਦਨ ਪੰਥ ਪ੍ਰੀਤਾ। ਕਿ ਜਿਹੜੇ ਵੈਸ਼ ਨੇ, ਹੁਣ ਵੈਸ਼ ਅਸੀਂ 4 ਵਰਨਾਂ ਦਾ ਜ਼ਿਕਰ ਕੀਤਾ। ਬ੍ਰਾਹਮਣ ਦਾ ਕੰਮ ਹੁੰਦਿਆ ਪਾਠ ਕਰਨੇ, ਪੂਜਾ ਪਾਠ ਕਰਨੀ, ਤੇ ਖੱਤਰੀਆਂ ਦਾ ਜਿਹੜਾ ਕੰਮ ਹੈ ਜਦੋਂ ਕਿਤੇ ਸਮਾਜ ਦੇ ਉੱਤੇ ਵਿਪਤਾ ਆ ਗਈ, ਉਸ ਸਮਾਜ ਦੀ ਰੱਖਿਆ ਕਰਨੀ, ਭਾਵ ਜੰਗਾਂ ਯੁੱਧਾਂ ਦੇ ਵਿੱਚ ਜਾਣਾ। ਤੇ ਅੱਗੇ ਹੁਣ ਵੈਸ਼ ਦਾ ਜ਼ਿਕਰ ਆਇਆ, ਤੇ ਵੈਸ਼ ਦਾ ਉਸ ਦਾ ਜਿਹੜਾ ਕੰਮ ਹੁੰਦਾ ਵਣਜ ਕਰਨਾ, ਵਪਾਰ ਕਰਨਾ, ਸਮਾਜ ਦੇ ਲੋਕਾਂ ਦੇ ਲਈ ਵਣਜ ਇਕੱਠਾ ਕਰਕੇ, ਵਪਾਰ ਇਕੱਠਾ ਕਰਕੇ, ਜਿਹੜੀਆਂ ਲੋੜਵੰਦ ਵਸਤੂਆਂ ਨੇ ਉਹ ਇਕੱਠੀਆਂ ਕਰਕੇ ਉਹਨਾਂ ਦਾ ਵਣਜ ਕਰਨਾ। ਤੇ ਅੱਗੇ ਜ਼ਿਕਰ ਆ ਗਿਆ ਜੀ ਵੈਸ਼ ਦਾ, ਕਿ ਇਸ ਸਾਰੇ ਜਿਹੜੇ ਵੈਸ਼ ਨੇ ਸੰਯੁਕਤ ਵਿਹਾਰ ਦੇ ਨਾਲ, ਚੰਗੇ ਤਰੀਕੇ ਦੇ ਨਾਲ ਜਿਹੜਾ ਹੈ ਇੱਥੇ ਵਪਾਰ ਕਰਦੇ ਨੇ। ਵਾਤ ਕੁਸਲ ਵੇਦਨ ਪਥ ਪ੍ਰੀਤਾ, ਤੇ ਇੱਥੇ ਦੇ ਜਿਹੜੇ ਚਤਰ ਮਨੁੱਖ ਨੇ ਉਹ ਵੀ ਵੇਦ ਮਾਰਗ ਦਾ ਜਿਹੜਾ ਵੇਦ ਮਾਰਗ ਦੇ ਨਾਲ ਪ੍ਰੀਤ ਕਰਦੇ ਨੇ। ਜਿਹੜੇ ਸਿਆਣੇ ਮਨੁੱਖ ਨੇ ਨਾ, ਉਹ ਵੀ ਵੇਦਾਂ ਦੀ ਵਿਚਾਰ ਦੇ ਨਾਲ ਜਿਹੜੇ ਨੇ ਉੱਥੇ ਪ੍ਰੀਤ ਕਰਦੇ ਨੇ। ਹੁਣ 4 ਵਰਨਾਂ ਦਾ ਗੱਲ ਕੀਤਾ, ਜ਼ਿਕਰ ਕੀਤਾ। ਚਾਰੇ ਵਰਨ ਜਿਹੜੇ ਨੇ ਉਸ ਨਗਰ ਦੇ ਵਿੱਚ ਰਹਿੰਦੇ ਨੇ। ਉਹਨਾਂ ਨਗਰ ਦੇ ਜਿਹੜੇ 4 ਵਰਨ ਨੇ, ਉਹਨਾਂ 4 ਵਰਨਾਂ ਦੇ ਲੋਕਾਂ ਦੀ ਮਰਿਆਦਾ ਦੀ ਗੱਲ ਕੀਤੀ ਇੱਥੇ। ਚੌਪਈ ਸ਼ੂਦਰ ਸਭਨ ਕੀ ਸੇਵ ਕਰਈ, ਨਿਪੁਣ ਕਾਰ ਨਿਜ ਨਿਜ ਮਹਿਤੇ। ਤੇ ਜਿਹੜੇ ਸ਼ੂਦਰ ਲੋਕ ਨੇ ਨਾ, ਉਹ ਕਹਿੰਦੇ ਸਾਰਿਆਂ ਦੀ ਸੇਵਾ ਆਪਣੇ ਮਨ ਦੇ ਨਾਲ ਕਰਦੇ ਨੇ। ਸ਼ੂਦਰਾਂ ਦਾ ਕੰਮ ਹੁੰਦਾ ਕਿ ਸਫਾਈ ਕਰਨੀ, ਤੇ ਇੱਥੋਂ ਦੇ ਜਿਹੜੇ ਸ਼ੂਦਰ ਨੇ ਉਹ ਸਾਰੇ ਲੋਕਾਂ ਦੀ ਜਿਹੜੀ ਆ ਸੇਵਾ ਕਰਦੇ ਨੇ। ਨਿਪੁਣ ਕਾਰ ਨਿਜ ਨਿਜ ਮਹਿਤੇ, ਕਿ ਸਾਰੇ ਹੀ ਮਨੁੱਖ ਆਪਣਾ ਆਪਣਾ ਕੰਮ ਬੜੀ ਤਨਦੇਹੀ ਦੇ ਨਾਲ, ਬੜੀ ਕੁਸ਼ਲਤਾ ਦੇ ਨਾਲ ਕਰ ਰਹੇ ਨੇ। ਨਰ ਅਰੋਗਤਾ ਜਤ ਕੁਸ਼ਲਾਤਾ, ਵੈਦਿਕ ਪਠੇ ਹੇਤ ਸਭ ਗਿਆਤਾ। ਕਿ ਇੱਥੋਂ ਦੇ ਜਿਹੜੇ ਲੋਕ ਨੇ, ਰਹਿਣ ਵਾਲੇ ਜਿਹੜੇ ਲੋਕ ਨੇ ਨਾ, ਉਹ ਦੁੱਖਾਂ ਤੋਂ ਪਰੇ ਨੇ, ਦੁੱਖਾਂ ਤੋਂ ਰਹਿਤ ਨੇ। ਹੁਣ ਜੇਕਰ ਵਾਤਾਵਰਨ ਸੋਹਣਾ ਹੋਵੇਗਾ, ਵਾਤਾਵਰਨ ਸਾਫ਼ ਸੁਥਰਾ ਹੋਵੇਗਾ, ਚੰਗੇ ਰੁੱਖ ਹੋਣਗੇ, ਚੰਗੀ ਆਕਸੀਜਨ ਮਨੁੱਖ ਨੂੰ ਮਿਲੇਗੀ, ਤਾਂ ਮਨੁੱਖ ਸੁਭਾਵਿਕ ਹੀ ਸਾਹ ਲੈਣ ਦੇ ਵਿੱਚ ਵੀ ਸੁੱਖ ਮਹਿਸੂਸ ਕਰੇਗਾ। ਤੇ ਜਦੋਂ ਇਹੋ ਜਿਹਾ ਵਾਤਾਵਰਨ ਹੋਵੇਗਾ, ਚੰਗੀ ਫਸਲ ਪੈਦਾ ਹੋਵੇਗੀ, ਚੰਗੀ ਫਸਲ ਮਨੁੱਖ ਖਾਵੇਗਾ, ਚੰਗੇ ਫਲ ਖਾਵੇਗਾ, ਤਾਂ ਸੁਭਾਵਿਕ ਹੀ ਉਸ ਦੇ ਜੀਵਨ ਦੇ ਵਿੱਚੋਂ ਜਿਹੜੇ ਰੋਗ ਨੇ ਉਹ ਘਟ ਜਾਣਗੇ। ਤਾਂ ਹੁਣ ਇੱਥੇ ਜ਼ਿਕਰ ਕੀਤਾ
कि इस नगर दे विच रहण वाले जिहड़े मनुख ने ਉਹ ਰੋਗਤਾ ਨਾਲ ਰਹਿੰਦੇ ਨੇ, ਦੁੱਖਾਂ ਤੋਂ ਪਰੇ ਨੇ, ਉਹ ਰੋਗ ਰਹਿਤ ਨੇ ਤੇ ਪ੍ਰਸੰਨਤਾ ਦੇ ਨਾਲ ਬੜੀ ਖੁਸ਼ੀ ਦੇ ਨਾਲ ਇਸ ਨਗਰ ਦੇ ਵਿੱਚ ਵਿਚਰਦੇ ਨੇ। ਵੈਦਿਕ ਪਠੇ ਹੇਤ ਸਭ ਗਿਆਤਾ, ਕਿ ਸਭ ਨੂੰ ਗਿਆਨ ਦੇਣ ਵਾਸਤੇ ਜਿਹੜਾ ਹੈ ਇਸ ਨਗਰ ਦੇ ਵਿੱਚ ਵੇਦਾਂ ਦਾ ਉਚਾਰਨ ਕੀਤਾ ਜਾਂਦਾ। ਇੱਥੋਂ ਦੀਆਂ ਪਾਠਸ਼ਾਲਾ ਖੁੱਲੀਆਂ ਨੇ ਤੇ ਮਨੁੱਖਾਂ ਨੂੰ ਵੇਦਾਂ ਦਾ ਗਿਆਨ ਦਿੱਤਾ ਜਾਂਦਾ ਤਾਂ ਜੋ ਉਹ ਵੀ ਵੇਦਾਂ ਤੋਂ ਗਿਆਤਾ ਹੋ ਸਕਣ। ਵੇਦੀ ਵੰਸ਼ ਵਸੇ ਧਨ ਧਾਰੀ, युद्ध वेद काज ने सुधारी, कि शस्त्रधारी वेदी वंश भी इत्थे जिहड़ी है वसदी है। इस नगर दे विच तलवंडी दे विच वेदी वंश दे लोग भी वसदे ने जिन्हां दा काम है शस्त्रधारी होके रहना, शस्त्रधारी होके विचरना। युद्ध वेद काज ने सुधारी, कि जिन्हां ने युद्ध दी विद्या दे विच भी सुधार कीता है। हुण अगे असीं जिक्र देखांगे भी किस तरह दी युद्ध नीति दे विच सुधार कीता। तुंड कालका पावक कुंडा, जग थंब से शोभत झंडा। इत्थे हुण यज्ञ करन दे लई ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਨਾ ਉਹਨਾਂ ਦਾ ਪਹਿਲਾਂ ਜ਼ਿਕਰ ਕੀਤਾ ਕਿ ਮੁੱਖ ਕਾਲਕਾ ਜਿਸ ਤਰ੍ਹਾਂ ਅਗਨੀ ਕੁੰਡ, ਯੱਗ, ਥੰਮ ਤੇ ਨਾਲ ਜਿਹੜਾ ਝੰਡਾ ਹੈ ਉਹ ਸਾਰੀਆਂ ਚੀਜ਼ਾਂ ਦਾ ਇੱਥੇ ਜਿਹੜਾ ਹੈ ਜ਼ਿਕਰ ਕੀਤਾ ਹੈ। ਕਿਰਪਨ ਸਮ ਕਤੁਰਤਾ ਕੋਏ, करवारन के कीन सरोए, कि उन्होंने अपने जीवन दे विचों जग करता ने जिहड़ी है शूमता छड्डनी हुंदी है ते इत्थे जग करतावां ने कायरता छड्ड दित्ती। जिहड़े जग करन वाले ने उन्हां ने शूमता छड्डनी सी, पर इत्थों दे जग करन वालियां ने कायरता छड्ड दित्ती। दुष्ट मेख बहु दीन अहुति, जैसर पी श्रवणत संयुति। आम तौर दे उत्ते जदों असीं किसे नूं जग करदे देखदे आ ना ਤਾਂ ਉੱਥੇ ਜਿਹੜੀ ਸਮੱਗਰੀ ਹੁੰਦੀ ਤਾਂ ਉਸ ਸਮੱਗਰੀ ਦੇ ਵਿੱਚ, ਉਸ ਕੁੰਡੇ ਦੇ ਵਿੱਚ, ਉਸ ਅਗਨੀ ਦੇ ਵਿੱਚ ਚਮਚੇ ਦੇ ਨਾਲ ਘਿਓ ਪਾਇਆ ਜਾਂਦਾ। ਪਰ ਇੱਥੇ ਜ਼ਿਕਰ ਕਰਦੇ ਨੇ ਜਿਹੜੇ ਉੱਥੋਂ ਦੇ ਵੇਦੀ ਵੰਸ਼ ਦੇ ਲੋਕ ਨੇ, ਜਿਹੜੇ ਸ਼ਸਤਰਧਾਰੀ ਨੇ ਨਾ, ਉਹ ਚਮਚਿਆਂ ਦੀ ਥਾਂ ਤੇ ਤਲਵਾਰਾਂ ਨੂੰ ਉਹਨਾਂ ਨੇ ਧਾਰਨ ਕੀਤਾ ਹੈ ਤੇ ਜਿਹੜਾ ਉੱਥੇ ਚਮਚਿਆਂ ਦੇ ਨਾਲ ਘਿਓ ਪਾਇਆ ਜਾਂਦਾ ਸੀ ਉਹ ਤਲਵਾਰਾਂ ਦੇ ਨਾਲ ਦੁਸ਼ਟ ਮਨੁੱਖਾਂ ਦਾ ਮਾਸ ਦੀ ਆਹੂਤੀ, ਦੁਸ਼ਟ ਮਨੁੱਖਾਂ ਦੇ ਖੂਨ ਦੀ ਆਹੂਤੀ ਕਰਦੇ ਨੇ। ਭਾਵ ਉਹਨਾਂ ਨੇ ਸਾਰੀ ਦੀ ਸਾਰੀ ਜਿਹੜੀ ਕਿਰਿਆ ਹੈ ਯੁੱਧ ਦੀ ਵਿਦਿਆ ਜਿਹੜੀ ਸੀ ਉਸ ਦੇ ਵਿੱਚ ਜਿਹੜਾ ਸੁਧਾਰ ਕੀਤੇ ਦੇ ਜ਼ਿਕਰ ਕੀਤਾ, ਉਹ ਸਾਰੇ ਦਾ ਸਾਰਾ ਉਹਨਾਂ ਦੇ ਹੱਥਾਂ ਦੇ ਵਿੱਚ ਸ਼ਸਤਰ ਨੇ, ਹੱਥਾਂ ਦੇ ਵਿੱਚ ਕਿਰਪਾਨਾਂ ਫੜੀਆਂ ਹੋਈਆਂ ਨੇ ਤੇ ਉਹ ਘਿਓ ਦੀ ਜਗ੍ਹਾ ਤੇ ਉਹਨਾਂ ਦੁਸ਼ਟਾਂ ਮਨੁੱਖਾਂ ਦਾ ਨਾਸ਼ ਕਰਦੇ ਨੇ। ਉਹਨਾਂ ਦੁਸ਼ਟ ਮਨੁੱਖਾਂ ਦਾ ਲਹੂ ਜਿਹੜਾ ਹੈ ਉਹ ਆਪਣੀਆਂ ਕਿਰਪਾਨਾਂ ਨੂੰ ਦਿੰਦੇ ਨੇ। ਅਸਵੇਦੀ ਵਾਸੀ ਤਲਵੰਡੀ, ਜਿਨਕੀ ਬਹੁ ਕੀਰਤ ਜਗ ਮੰਡੀ, ਕਿ ਇਹੋ ਜਿਹੇ ਜਿਹੜੀ ਵੇਦੀ ਵੰਸ਼ ਦੇ ਲੋਕ ਨੇ ਜਿਹੜੇ ਤਲਵੰਡੀ ਦੇ ਵਿੱਚ ਰਹਿੰਦੇ ਨੇ, ਇਹਨਾਂ ਦੀ ਸਾਰੀ ਜਿਹੜੀ ਕਿਰਤ ਹੈ, ਜਿਹੜੀ ਸਾਰੀ ਸ਼ਸਤਰ ਵਿਦਿਆ ਦਾ ਜਿਹੜਾ ਇਹਨਾਂ ਨੇ ਸੁਧਾਰ ਕੀਤਾ ਹੈ, ਜਗਤ ਦੀ ਮੰਡੀ ਦੇ ਵਿੱਚ ਇਹ ਸਾਰੇ ਇਹਨਾਂ ਦੀ ਪ੍ਰਸ਼ੰਸਾ ਹੋ ਰਹੀ ਹੈ। ਚਿਰੰਕਾਰ ਤੇ ਰਹਿਤ ਬਿਤਾਈ, ਭਾਸ਼ਿ ਬਰਾਮਾ ਤਾਸ ਕੁਲ ਮਾਹੀ, ਕਿ ਜਿਹੜੀ ਵੇਦੀ ਵੰਸ਼ ਹੈ ਨਾ, ਬਾਕੀ ਦੇ ਚਾਰ ਵਰਨਾਂ ਦੇ ਵਾਂਗ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰਾਂ ਦੇ ਵਾਂਗ, ਇਹ ਵੇਦੀ ਵੰਸ਼ ਵੀ ਇਸ ਨਗਰ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ, ਬਹੁਤ ਪੁਰਾਣੇ ਸਮੇਂ ਤੋਂ ਇਸ ਵੇਦੀ ਵੰਸ਼ ਦੇ ਲੋਕ ਇਸ ਨਗਰ ਦੇ ਵਿੱਚ ਰਹਿੰਦੇ ਨੇ। ਹੁਣ ਅੱਗੇ ਜ਼ਿਕਰ ਆ ਗਿਆ ਭਾਸ਼ ਸ਼ਿਵਰਾਮ ਤਾਸ ਕੁਲ ਮਾਹੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਾਦਾ ਜੀ ਦਾ ਜ਼ਿਕਰ, ਭਾਸ਼ ਸ਼ਿਵਰਾਮ ਜੀ ਤੇ ਜਿਹੜੇ ਮਹਿਤਾ ਕਲਿਆਣ ਦਾਸ ਜੀ ਦੇ ਪਿਤਾ ਜੀ ਨੇ। ਹੁਣ ਥੋੜਾ ਜਿਹਾ ਇਹਨਾਂ ਦਾ ਜ਼ਿਕਰ ਵੀ ਅਸੀਂ ਸਾਂਝਾ ਕਰਾਂਗੇ। ਇੱਥੇ ਜ਼ਿਕਰ ਕੀਤਾ ਗਿਆ ਹੈ ਨਾਮ ਸ਼ਿਵਰਾਮ, ਪਰ ਕੁਝ ਕੁ ਇਤਿਹਾਸਕਾਰਾਂ ਨੇ ਇਹਨਾਂ ਦਾ ਨਾਮ ਸ਼ਿਵ ਨਾਰਾਇਣ ਵੀ ਦੱਸਿਆ ਤੇ ਇਹਨਾਂ ਦਾ ਜਨਮ ਸੰਮਤ 1475 ਨੂੰ ਹੋਇਆ। ਜਦੋਂ ਅਸੀਂ ਸੰਮਤ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ ਨਾ, ਜਦੋਂ ਅਸੀਂ ਸੰਮਤ ਨੂੰ ਇਤਿਹਾਸ ਦੇ ਵਿੱਚ ਈਸਵੀ ਦੇ ਵਿੱਚ ਜਿਹੜੇ ਹੁਣ ਸਾਲ ਚੱਲ ਰਹੇ ਨੇ ਇਸ ਦੇ ਵਿੱਚ ਕਨਵਰਟ ਕਰਨਾ ਹੋਵੇ ਤਾਂ ਅਸੀਂ ਉਸ ਦੇ ਵਿੱਚੋਂ 57 ਸਾਲ ਘਟਾਉਣੇ ਨੇ। ਹੁਣ ਇੱਥੇ 1475 ਦੇ ਸੰਮਤ ਦੀ ਗੱਲ ਕੀਤੀ ਤੇ ਉਸ ਦੇ ਵਿੱਚ ਜਦੋਂ 57 ਸਾਲ ਘਟਾ ਦਾਂਗੇ ਤਾਂ 1418 ਈਸਵੀ ਦਾ ਜ਼ਿਕਰ ਆ ਜਾਵੇਗਾ ਕਿ ਉਸ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਾਦਾ ਜੀ, ਜਿਨ੍ਹਾਂ ਦਾ ਨਾਮ ਸ਼ਿਵਰਾਮ ਹੈ, ਮਹਿਤਾ ਕਲਿਆਣ ਦਾਸ ਜੀ ਦੇ ਪਿਤਾ ਜੀ ਨੇ, ਉਹਨਾਂ ਦਾ ਜਨਮ ਜਿਹੜਾ ਹੈ 1418 ਈਸਵੀ ਦੇ ਵਿੱਚ ਇਸ ਨਗਰ ਦੇ ਵਿੱਚ ਹੀ ਹੋਇਆ। ਬ੍ਰਿਤ ਸ਼ਾਂਤ ਕੀ ਜਿਨ ਮਨ ਕੀਨੀ, ਜੀਵਾ ਰਾਜ ਤਮ ਕੀ ਤਜ ਦੀਨੀ, ਕਿ ਜਿਨ੍ਹਾਂ ਦਾ ਸੁਭਾਅ, ਜਿਨ੍ਹਾਂ ਦੀ ਬਿਰਤੀ ਜਿਹੜੀ ਹੈ ਬਹੁਤ ਹੀ ਸ਼ਾਂਤ ਹੈ, ਬਹੁਤ ਹੀ ਸ਼ਾਂਤ ਸੁਭਾਅ ਦੇ ਨੇ। ਜੀਵਾ ਰਾਜ ਤਮ ਕੀ ਤਜ ਦੀਨੀ, ਹੁਣ ਇੱਥੇ ਰਜੋ ਗੁਣ ਤੇ ਤਮੋ ਗੁਣ ਦੀ ਗੱਲ ਕੀਤੀ।
ਇਹ ਮਾਇਆ ਦੇ ਗੁਣ ਦੱਸੇ ਜਾਂਦੇ ਨੇ। ਰਜ ਗੁਣ ਦਾ ਭਾਵ ਹੈ ਕਿ ਜਿਸ ਮਨੁੱਖ ਦੇ ਜੀਵਨ ਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਜਿਹਨੇ ਆਪਣੇ ਆਪ ਨੂੰ ਛੁਡਾ ਲਿਆ, ਕਾਮ ਕ੍ਰੋਧ ਲੋਭ ਮੋਹ ਤੇ ਕਾਬੂ ਕਰ ਲਿਆ। ਤੇ ਤਮ ਗੁਣ ਹੋ ਗਿਆ ਮਾਇਆ ਦਾ, ਇਹ ਵੀ ਇੱਕ ਤੀਜਾ ਗੁਣ ਮੰਨਿਆ ਜਾਂਦਾ, ਜਿਸ ਦਾ ਮਤਲਬ ਇਹ ਹੁੰਦਾ ਵੀ ਇਸ ਨੇ ਆਪਣੇ ਵਿੱਚੋਂ ਅਗਿਆਨਤਾ ਨੂੰ ਖਤਮ ਕਰ ਲਿਆ, ਬੁਰਾਈ ਨੂੰ ਖਤਮ ਕਰ ਲਿਆ ਤੇ ਕਿਤੇ ਨਾ ਕਿਤੇ ਵੈਰ ਵਿਰੋਧ ਨੂੰ ਖਤਮ ਕਰ ਲਿਆ। ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਦਾਦਾ ਜੀ ਨੇ, ਭਾਈ ਸ਼ਿਵ ਰਾਮ ਜੀ, ਜਿਨ੍ਹਾਂ ਦਾ ਇੱਥੇ ਜ਼ਿਕਰ ਕੀਤਾ ਗਿਆ ਵੀ ਉਹਨਾਂ ਦਾ ਸੁਭਾਅ ਬਹੁਤ ਹੀ ਸ਼ਾਂਤ ਹੈ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚੋਂ ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਵੈਰ ਵਿਰੋਧ ਨੂੰ, ਅਗਿਆਨਤਾ ਨੂੰ, ਕ੍ਰੋਧ ਨੂੰ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਖਤਮ ਕਰ ਲਿਆ। ਇਹੋ ਜਿਹੀ ਉਹਨਾਂ ਦੀ ਸ਼ਖਸੀਅਤ ਹੈ। ਹੋਏ ਅਹਿੰਸ ਅਜੁਦ ਕਰ ਸੋਰੇ, ਸ਼੍ਰੀਪਤ ਕੇ ਪਦ ਪਦਮ ਨੇ ਹੋਰੇ। ਕਿਉਂ ਨਾ ਅਸੀਂ ਪਿੱਛੇ ਜ਼ਿਕਰ ਕੀਤਾ ਕਿ ਵੇਦੀ ਵੰਸ਼ ਦੇ ਜਿਹੜੇ ਲੋਕ ਸੀ ਸ਼ਸਤਰਧਾਰੀ ਸਨ, ਤੇ ਇੱਥੇ ਕਹਿੰਦੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਾਦਾ ਜੀ ਦੇ ਅਸੀਂ ਜੀਵਨ ਦੇ ਬਾਬਤ ਗੱਲ ਕੀਤੀ ਕਿ ਕਿਸ ਤਰ੍ਹਾਂ ਉਹਨਾਂ ਨੇ ਜੀਵਨ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਆ, ਉਹਨਾਂ ਦੇ ਉੱਤੇ ਕਾਬੂ ਪਾਇਆ। ਤੇ ਹੁਣ ਇੱਥੇ ਜ਼ਿਕਰ ਕੀਤਾ ਹੋਏ ਅਹਿੰਸ ਅਯੁੱਧ ਕਰ ਛੋਰੇ। ਅਹਿੰਸ ਕਹਿੰਦੇ ਨੇ ਹਿੰਸਾ ਤੋਂ ਰਹਿਤ, ਅਯੁੱਧ ਕਰ ਛੋਰੇ ਕਿ ਉਹਨਾਂ ਦੇ ਦਾਦਾ ਜੀ ਨੇ ਜਿਹੜੇ ਸੀ ਆਪਣੇ ਹੱਥਾਂ ਚੋਂ ਸ਼ਸਤਰ ਜਿਹੜੇ ਸੀ ਉਹ ਛੱਡ ਦਿੱਤੇ। ਸ਼੍ਰੀਪਤ ਕੇ ਪਦ ਪਦਮ ਨੇ ਹੋਰੇ, ਤੇ ਮਾਇਆ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਾਦਾ ਜੀ ਨੇ ਮਾਇਆ ਦੇ ਮਾਲਕ ਉਸ ਪਰਮਾਤਮਾ, ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਸ਼ਰਨ ਲਈ ਹੈ ਤੇ ਉਹਨਾਂ ਦੇ ਚਰਨ ਕਮਲਾਂ ਦਾ ਆਸਰਾ ਲੈਂਦੇ ਉਹ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜ ਗਏ ਨੇ। ਸ਼ਸਤਰ ਜਿਹੜੇ ਸੀ ਉਹਨਾਂ ਨੇ ਹੱਥਾਂ ਦੇ ਵਿੱਚੋਂ ਆਪਣੇ ਤੋਂ ਛੱਡ ਦਿੱਤੇ ਨੇ, ਸ਼ਸਤਰ ਸੁੱਟ ਕੇ ਉਹ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜ ਗਏ ਨੇ। ਤਹਿ ਬਨਾਰਸੀ ਨਾਮ ਸੋਤੀਆ, ਪਤਬ੍ਰਤ ਧਰਮ ਜਾਸ ਦਿੜਕੀਆ। ਹੁਣ ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਾਦੀ ਜੀ ਦਾ ਜ਼ਿਕਰ ਆ ਗਿਆ, ਜਿਨ੍ਹਾਂ ਦਾ ਨਾਮ ਬਨਾਰਸੀ ਦੇਵੀ ਸੀ। 100 ਦਾ ਭਾਵ ਹੁੰਦਾ ਸ੍ਰੇਸ਼ਟ, 100 ਭਾਵ ਸ੍ਰੇਸ਼ਟ ਇਸਤਰੀ, ਤੇ ਉਸ ਦੀ ਸ੍ਰੇਸ਼ਟ ਇਸਤਰੀ ਦਾ ਨਾਮ ਜਿਹੜਾ ਹੈ ਬਨਾਰਸੀ ਦੇਵੀ। ਸ਼ਿਵ ਰਾਮ ਜੀ ਦੀ ਜਿਹੜੀ ਧਰਮ ਸੁਪਤਨੀ ਨੇ ਉਹਨਾਂ ਦਾ ਨਾਮ ਬਨਾਰਸੀ ਦੇਵੀ ਹੈ, ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਾਦੀ ਜੀ ਨੇ। ਪਤ ਬ੍ਰਤ ਧਰਮ ਜਾਸ ਦਿੜਕੀਆ, ਕਿ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਪਤੀ ਬ੍ਰਤਾ ਜਿਹੜਾ ਧਰਮ ਹੈ ਉਹ ਦ੍ਰਿੜ ਕੀਤਾ ਹੈ। ਪਤੀ ਬ੍ਰਤਾ ਧਰਮ ਜਿਹੜਾ ਹੈ ਉਹ ਆਪਣੇ ਜੀਵਨ ਦੇ ਵਿੱਚ ਪੱਕਾ ਕੀਤਾ ਹੈ। ਤਿੰਨ ਤੇ ਸੁਤ ਜੁਗ ਭਏ ਸੁਚਾਲੂ, ਵੱਡ ਕਾਲੂ ਛੋਟੇ ਸੁਭ ਲਾਲੂ। ਕਿ ਸ਼ਿਵ ਰਾਮ ਜੀ ਤੇ ਬਨਾਰਸੀ ਦੇਵੀ ਜੀ ਦੇ ਘਰ ਦੋ ਪੁੱਤਰਾਂ ਦਾ ਜਨਮ ਹੁੰਦਾ, ਜਿਹੜੇ ਬਹੁਤ ਹੀ ਸੋਹਣੇ ਆਚਰਣ ਵਾਲੇ ਨੇ, ਜਿਹੜੇ ਸਦਾਚਾਰੀ ਨੇ, ਉਹ ਪੁੱਤਰਾਂ ਦਾ ਜਨਮ ਉੱਥੇ ਹੁੰਦਾ ਹੈ। ਵੱਡੇ ਦਾ ਨਾਮ ਕਾਲੂ ਜੀ ਹੈ ਤੇ ਛੋਟੇ ਦਾ ਨਾਮ ਜਿਹੜਾ ਹੈ ਲਾਲੂ ਜੀ ਹੈ। ਵਡ ਭਾਗੀ ਜੋ ਹੈ ਸੁਭ ਕਰਮੀ, ਭਗਤ ਪਰਿਆਜਨ ਨਿਸ਼ਚਲ ਧਰਮੀ। ਤੇ ਕਹਿੰਦੇ ਬਾਬਾ ਕਾਲੂ ਜੀ ਜਿਹੜੇ ਨੇ ਉਹ ਸ਼ੁਭ ਕਰਮਾਂ ਵਾਲਾ, ਬੜਾ ਸਾਦਗੀ ਵਾਲਾ, ਬੜਾ ਵਡਭਾਗੀ ਹੈ। ਬਾਬਾ ਕਾਲੂ ਜੀ ਦਾ ਜ਼ਿਕਰ ਆਇਆ ਵੀ ਉਹ ਬਹੁਤ ਵਡਭਾਗੀ ਨੇ, ਉਹ ਵੱਡਿਆਂ ਭਾਗਾਂ ਵਾਲੇ ਨੇ ਤੇ ਸ਼ੁਭ ਕਰਮਾਂ ਵਾਲੇ ਨੇ। ਭਗਤ ਪਰਾਜਨ ਨਿਸ਼ਚਲ ਧਰਮੀ, ਉਹ ਭਗਤੀ ਨੂੰ ਧਾਰਨ ਕਰਨ ਵਾਲੇ ਨੇ। ਉਹਨਾਂ ਨੇ ਆਪਣੇ ਧਰਮਾਂ ਦੇ ਵਿੱਚ ਜਿਹੜੇ ਨਿਸ਼ਚਲ ਨੇ, ਉਹ ਧਰਮ ਦੇ ਵਿੱਚ ਦ੍ਰਿੜ ਨੇ, ਧਰਮ ਦੇ ਵਿੱਚ ਪੱਕੇ ਨੇ। ਜਪ ਤਪ ਬ੍ਰਤ ਨੇਮ ਸਮੁਦਾਏ, ਕਰਤ ਬਹੁਤ ਜੇ ਜਨਮ ਬਿਤਾਏ। ਕਿ ਉਹਨਾਂ ਨੇ ਸਾਰੇ ਜਪ ਤਪ ਨੇਮ ਆਦਿ ਕਈ ਜਨਮਾਂ ਦੇ ਵਿੱਚ ਕੀਤੇ ਨੇ। ਬਾਬਾ ਕਾਲੂ ਜੀ ਦਾ ਇੱਥੇ ਜ਼ਿਕਰ ਆਇਆ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਦਾ, ਕਿ ਉਹ ਧਰਮ ਦੇ ਵਿੱਚ ਬਹੁਤ ਪੱਕੇ ਨੇ, ਚੰਗੇ ਆਚਰਣ ਵਾਲੇ ਨੇ, ਚੰਗੇ ਸੁਭਾਅ ਵਾਲੇ ਨੇ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਜਪ ਤਪ ਕੀਤਾ ਹੈ, ਬਹੁਤ ਪਰਮਾਤਮਾ ਦੀ ਬੰਦਗੀ ਕੀਤੀ ਹੈ। ਹੁਣ ਤੱਕ ਦਾ ਜ਼ਿਕਰ ਅਸੀਂ ਇਸ ਇਤਿਹਾਸ ਦੇ ਰਾਹੀਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਾਦਾ ਜੀ ਦਾ ਨਾਮ ਵੀ ਸਰਵਣ ਕੀਤਾ, ਉਹਨਾਂ ਦੀ ਦਾਦੀ ਜੀ ਦਾ ਨਾਮ ਵੀ ਸਰਵਣ ਕੀਤਾ, ਤੇ ਉਹਨਾਂ ਦੇ ਘਰ ਦੇ ਵਿੱਚ ਦੋ ਪੁੱਤਰਾਂ ਦਾ ਜਨਮ ਹੁੰਦਾ, ਜਿਨ੍ਹਾਂ ਦੇ ਵਿੱਚੋਂ ਭਾਈ ਕਾਲੂ ਜੀ ਤੇ ਭਾਈ ਲਾਲੂ ਜੀ। ਇਹਨਾਂ ਦਾ ਅਸੀਂ ਜ਼ਿਕਰ ਕੀਤਾ। ਆਉਣ ਵਾਲੇ ਕੱਲ ਦੇ ਦੀਵਾਨਾਂ ਦੇ ਵਿੱਚ ਅਗਲੇਰੀ ਵਿਚਾਰ ਅਸੀਂ ਸਰਵਣ ਕਰਾਂਗੇ ਕਿ ਕਿਸ ਤਰ੍ਹਾਂ ਫਿਰ ਧੰਨ ਬਾਬਾ ਕਾਲੂ ਜੀ ਦੇ ਘਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਹੁੰਦਾ ਹੈ। ਉਹ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।